ਗੁਰਸਿੱਖਾਂ ਵਿੱਚੋਂ ਸਰਬੋਤਮ ਭਗਤਾਂ ਵਿੱਚੋਂ ਪ੍ਰਥਮ ਤੇ ਸ਼ਹਾਦਤ ਦੀ ਜੇ ਆਖਰ ਦੇਖਣੀ ਹੋਵੇ ਤਾਂ ਭਾਈ ਮਨੀ ਸਿੰਘ ਦੇ ਦਰਸ਼ਨ ਕਰੋ। ਜਦ ਉਹਨਾਂ ਦੇ ਧਰਮ ਦੇ ਅਰਥ ਲਾਈ ਤਾਂ ਖੰਡਾਂ ਬ੍ਰਹਮੰਡਾਂ ਵਿੱਚ ਜੈ ਜੈਕਾਰ ਹੋਈ। ਜਦ ਉਹਨਾਂ ਗਿਆਨ ਖੜਗ ਨਾਲ ਕੂੜ ਦਾ ਨਾਸ ਕੀਤਾ ਤਾਂ ਗੁਰਸਿੱਖਾਂ ਵਿੱਚ ਪ੍ਰਸੰਨਤਾ ਫੈਲੀ। ਭਾਈ ਮਨੀ ਸਿੰਘ ਸਮਾਨ ਨਾ ਕੋਈ ਰਾਜਾ ਹੈ ਨਾ ਸੇਵਕ। ਜੇ ਤੁਸੀਂ ਗੁਰਸਿੱਖੀ ਮੰਜ਼ਿਲ ਨੂੰ ਛੂਹਣਾ ਚਾਹੁੰਦੇ ਹੋ ਤਾਂ ਭਾਈ ਮਨੀ ਸਿੰਘ ਜੈਸੀ ਕਰਨੀ ਕਮਾ ਕੇ ਦਿਖਾਓ। ਭਾਈ ਮਨੀ ਸਿੰਘ ਨੇ ਆਪਣਾ ਵਚਨ ਪਾਲਿਆ ਤੇ ਦ੍ਰਿੜਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ। ਘੱਟ ਨਹੀਂ ਸਨ ਉਹ ਸਿੰਘ ਵੀ ਜਿਨ੍ਹਾਂ ਨੂੰ ਭਾਈ ਸਾਹਿਬ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਵੀ ਨਮਸਕਾਰ ਕਰਕੇ ਹੱਸਦਿਆਂ ਚਰਖੜੀਆਂ ਪ੍ਰਵਾਨ ਕੀਤੀਆਂ। ਇਹ ਹਨ ਉਸ ਵਕਤ ਦੇ ਇੱਕ ਭੱਟ ਦੇ ਵਾਕ ਜੋ ਉਸਨੇ ਭਾਈ ਮਨੀ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਕਹੇ ਸਨ। ਦੋਵੇਂ ਹੱਥ ਜੋੜ ਕੇ ਸਿਰ ਨਿਵਾਇਆ ਕਰੋ ਜਦੋਂ ਵੀ ਭਾਈ ਮਨੀ ਸਿੰਘ ਦਾ ਨਾਮ ਲੈਂਦੇ ਹੋ। ਸਿਦਕ, ਦ੍ਰਿੜਤਾ ਤੇ ਸ਼ਹਾਦਤ ਵਿੱਚ ਭਾਈ ਮਨੀ ਸਿੰਘ ਨੂੰ ਅੱਜ ਤੱਕ ਕੋਈ ਨਹੀਂ ਪਛਾੜ ਸਕਿਆ ਤੇ ਨਾ ਹੀ ਕਦੇ ਕੋਈ ਪਛਾੜ ਸਕੇਗਾ। ਕਹਿੰਦੇ ਨੇ ਕਿ ਸ਼ਹੀਦ ਸਿੰਘ ਆਪ ਪਾਲਕੀਆਂ ਲੈ ਕੇ ਆਏ ਸਨ ਭਾਈ ਮਨੀ ਸਿੰਘ ਨੂੰ ਲੈਣ ਲਈ। ਨਗਾਰੇ ਵਜਾਉਂਦੇ ਹੋਏ ਸਿੰਘ ਬਾਣੀ ਦਾ ਜਾਪ ਕਰਦੇ ਭਾਈ ਸਾਹਿਬ ਨੂੰ ਧਰਤੀ ਤੋਂ ਲੈ ਕੇ ਵਿਦਾ ਹੋਏ। ਸੱਚੀ ਦਰਗਾਹ ਵਿੱਚ ਭਾਈ ਸਾਹਿਬ ਸ਼ਹੀਦਾਂ ਦੇ ਸਰਦਾਰ ਕਹਾਏ ਤੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਦਿਓੜੀਦਾਰ ਨਿਯੁਕਤ ਕੀਤਾ ਗਿਆ। ਸਾਖੀ ਅੱਗੇ ਇਉਂ ਤੁਰਦੀ ਹੈ ਕਿ ਭਾਈ ਮਨੀ ਸਿੰਘ ਉਹਨਾਂ ਕੁਝ ਚੁਣਵੇਂ ਗੁਰਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੂੰ ਕਲਗੀਧਰ ਮਹਾਰਾਜ ਦੇ ਬਾਟਿਆਂ ਵਿੱਚੋਂ ਬਚਿਆ ਹੋਇਆ ਭੋਜਨ ਖਾਣ ਦਾ ਅਵਸਰ ਮਿਲਦਾ ਸੀ। ਭਾਵ ਜਿਨ੍ਹਾਂ ਬਰਤਨਾਂ ਵਿੱਚ ਮਹਾਰਾਜ ਭੋਜਨ ਕਰਕੇ ਛੱਡਦੇ ਸਨ ਭਾਈ ਮਨੀ ਸਿੰਘ ਬਚਿਆ ਹੋਇਆ ਉਹ ਭੋਜਨ ਛਕ ਲੈਂਦੇ ਸਨ। ਇਹੀ ਕਾਰਨ ਸੀ ਕਿ ਹਠ ਜਪ ਤਪ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਜਿਸ ਨੇ ਕਲਗੀਧਰ ਜੀਆਂ ਦੇ ਬਰਤਨਾਂ ਵਿੱਚ ਛਕ ਲਿਆ ਉਹ ਕੋਈ ਆਮ ਕਿਵੇਂ ਹੋ ਸਕਦਾ ਸੀ। ਭਾਈ ਮਨੀ ਸਿੰਘ ਨੂੰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਭੇਜਿਆ। ਤੁਸੀਂ ਭਾਈ ਜੀ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਸੇਵਾ ਸੰਭਾਲੋ, ਕਥਾ ਕੀਰਤਨ ਦੇ ਪ੍ਰਵਾਹ ਚਲਾਓ, ਖਾਲਸੇ ਦੇ ਦੇਗਾਂ ਲੰਗਰਾਂ ਦਾ ਸੁਚੱਜਾ ਪ੍ਰਬੰਧ ਕਰੋ। ਜਿੰਨਾ ਵੀ ਚੜਾਵਾ ਪਟਨੇ ਭੇਜਿਆ ਜਾਂਦਾ ਸਾਰਾ ਤੁਸੀਂ ਅੰਮ੍ਰਿਤਸਰ ਹੀ ਰੱਖੋ ਤੇ ਖਾਲਸੇ ਦੀ ਟਹਿਲ ਸੇਵਾ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵਰਤੋ। ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਹੁਕਮਨਾਮਾ ਵੀ ਬਖਸ਼ਿਆ ਜਿਸ ਵਿੱਚ ਗੁਰਸਿੱਖਾਂ ਨੂੰ ਦਸਵੰਧ ਤੇ ਹੋਰ ਸਭ ਸੇਵਾ ਖਾਲਸੇ ਨੂੰ ਭੇਟ ਕਰਨ ਦੀ ਤਾਕੀਦ ਕੀਤੀ। ਦਰਬਾਰ ਸਾਹਿਬ ਦੀ ਸੇਵਾ ਸੰਭਾਲਦਿਆਂ ਹੀ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਗੁਰਸਿੱਖੀ ਦ੍ਰਿੜ ਕਰਵਾਉਣ ਲਈ ਗੁਰਬਾਣੀ ਤੇ ਗੁਰੂ ਇਤਿਹਾਸ ਦੀ ਕਥਾ ਪ੍ਰਾਰੰਭ ਕੀਤੀ। ਗੁਰਮਤਿ ਤੇ ਮਨਮਤਿ ਦੇ ਭੇਦ ਸੰਗਤਾਂ ਅੱਗੇ ਖੋਲ੍ਹੇ। ਮਨਮਤਿਆਂ ਨੂੰ ਅਕਾਲ ਬੂੰਗੇ ਤੋਂ ਤਨਖਾਹ ਲਾਈ ਜਾਣ ਲੱਗੀ। ਨੀਲੇ ਨਿਸ਼ਾਨਾਂ ਦੀ ਓਟ ਹੇਠ ਇਕੱਠੇ ਹੋਏ ਪੰਥ ਨੇ ਜਦ ਵੀ ਗੁਰਮਤਾ ਜਾਂ ਕੋਈ ਵੱਡਾ ਫੈਸਲਾ ਕੀਤਾ ਤਾਂ ਭਾਈ ਮਨੀ ਸਿੰਘ ਨੂੰ ਜ਼ਰੂਰ ਵਿਚਾਲੇ ਬਿਠਾਇਆ ਤੇ ਉਹਨਾਂ ਦੀ ਵਡਮੁੱਲੀ ਸਲਾਹ ਵੀ ਲਈ ਜਾਂਦੀ। ਭਾਈ ਮਨੀ ਸਿੰਘ ਦਾ ਰੁਤਬਾ ਪੰਥ ਵਿੱਚ ਬਹੁਤ ਉੱਚਾ ਹੋ ਗਿਆ। ਭਾਈ ਤਾਰਾ ਸਿੰਘ ਵਾਂ, ਨਵਾਬ ਕਪੂਰ ਸਿੰਘ, ਬਾਬਾ ਗੁਰਬਖਸ਼ ਸਿੰਘ ਜਿਹੇ ਸੂਰਬੀਰ ਸਿੰਘਾਂ ਨੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਿੱਖ ਭਾਈ ਸਾਹਿਬ ਦੇ ਦਰਸ਼ਨ ਮਾਤਰ ਕਰਨੇ ਹੀ ਆਪਣੇ ਧਨ ਭਾਗ ਸਮਝਣ ਲੱਗੇ ਤੇ ਇਹ ਰੁਤਬਾ ਭਾਈ ਮਨੀ ਸਿੰਘ ਜੀ ਨੇ ਸਿੱਖੀ ਸੇਵਾ ਦੀ ਘਾਲ ਕਮਾਈ ਨਾਲ ਕਮਾਇਆ ਸੀ। ਭਾਈ ਬੱਲੂ ਜੀ 6ਵੇਂ ਪਾਤਸ਼ਾਹ ਦੇ ਅਨੀਨ ਸਿੱਖ ਸੇਵਕ ਸਨ। ਉਹਨਾਂ ਆਪਣਾ ਸਿਰ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਸੀ। ਮਹਾਰਾਜ ਦੀ ਕਰਤਾਰਪੁਰ ਜੰਗ ਵੇਲੇ ਭਾਈ ਬੱਲੂ ਜੀ ਨੇ ਆਪਣਾ ਬਰਛਾ ਮੁਰਤਜ਼ਾ ਖਾਨ ਦੀ ਦੇਹ ਵਿੱਚੋਂ ਪਰੋ ਦਿੱਤਾ ਸੀ। ਇਹ ਉਹੀ ਮੁਰਤਜ਼ਾ ਖਾਨ ਸੀ ਜੋ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਲੈ ਗਿਆ ਸੀ। ਇਸ ਨੂੰ ਸੋਧਣ ਦੀ ਸੇਵਾ ਮਹਾਰਾਜ ਜੀਆਂ ਨੇ ਭਾਈ ਬੱਲੂ ਜੀ ਨੂੰ ਬਖਸ਼ੀ। ਭਾਈ ਬੱਲੂ ਜੀ ਦੇ 12 ਪੁੱਤਰਾਂ ਵਿੱਚੋਂ ਇੱਕ ਸਨ ਭਾਈ ਮਾਈ ਦਾਸ ਜੀ। ਭਾਈ ਮਾਈ ਦਾਸ ਜੀ ਦਾ ਰੁਤਬਾ ਪੰਥ ਵਿੱਚ ਐਡਾ ਉੱਚਾ ਹੈ ਕਿ ਉਹਨਾਂ ਆਪਣੇ 12 ਵਿੱਚੋਂ 11 ਪੁੱਤਰ ਗੁਰੂ ਲੇਖੇ ਲਾ ਦਿੱਤੇ। ਉਹਨਾਂ 11 ਸ਼ਹੀਦ ਪੁੱਤਰਾਂ ਵਿੱਚੋਂ ਭਾਈ ਮਨੀ ਸਿੰਘ ਵੀ ਇੱਕ ਸਨ ਤੇ ਬਾਕੀ 11 ਭਾਈ ਦਿਆਲਾ ਜੀ ਚਾਂਦਨੀ ਚੌਂਕ ਵਿੱਚ 9ਵੇਂ ਸਤਿਗੁਰਾਂ ਨਾਲ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤੇ ਗਏ। ਲਹਿਣਾ ਸਿੰਘ ਗੁਲੇਰ ਵਿਖੇ, ਹਠੀ ਚੰਦ ਭੰਗਾਣੀ ਜੰਗ ਵਿੱਚ, ਸੋਹਣ ਚੰਦ ਨਦੌੜ ਜੰਗ, ਦਾਨ ਸਿੰਘ ਚਮਕੌਰ ਸਾਹਿਬ, ਰਾਏ ਸਿੰਘ ਖਿਦਰਾਣੇ ਦੀ ਢਾਬ, ਮਾਨ ਸਿੰਘ ਚਿਤੌੜਗੜ੍ਹ, ਜੇਠਾ ਸਿੰਘ ਤੇ ਰੂਪ ਸਿੰਘ ਆਹਲੋਵਾਲ ਵਿਖੇ ਸ਼ਹੀਦ ਹੋਏ। ਭਾਈ ਸਾਹਿਬ ਦੇ ਇੱਕ ਭਰਾ ਭਾਈ ਜਗਤ ਸਿੰਘ ਲਾਹੌਰ ਵਿੱਚ ਭਾਈ ਮਨੀ ਸਿੰਘ ਜੀ ਦੇ ਨਾਲ ਹੀ ਸ਼ਹੀਦ ਕੀਤੇ ਗਏ। ਭਾਈ ਮਨੀ ਸਿੰਘ ਜੀ ਦੇ 10 ਪੁੱਤਰ ਹੋਏ।
ਉਹਨਾਂ ਵਿੱਚੋਂ 7 ਸ਼ਹੀਦ ਹੋਏ। ਭਾਈ ਬਚਿੱਤਰ ਸਿੰਘ ਕਲਗੀਧਰ ਮਹਾਰਾਜ ਦੇ ਚੁਣਿੰਦਾ 25 ਯੋਧਿਆਂ ਵਿੱਚੋਂ ਇੱਕ ਸਨ ਤੇ ਸਦਾ ਮਹਾਰਾਜ ਦੇ ਆਸਣ ਦੇ ਨਜ਼ਦੀਕ ਰਹਿੰਦੇ ਸਨ। ਕਹਿੰਦੇ ਨੇ ਕਿ ਜਦੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਦੀਵਾਨ ਵਿੱਚ ਦਾਖਲ ਹੁੰਦੇ ਤਾਂ ਭਾਈ ਬਚਿੱਤਰ ਸਿੰਘ ਦੀਆਂ ਮੁੱਛਾਂ ਆਪਣੇ ਆਪ ਕੁੰਡੀਆਂ ਹੋ ਜਾਂਦੀਆਂ। ਜਦ ਜਸਵਰਾਂ ਦਾ ਸ਼ਰਾਬ ਨਾਲ ਰੱਜਿਆ ਹਾਥੀ ਕਿਲੇ ਵੱਲ ਵਧ ਰਿਹਾ ਸੀ ਤਾਂ ਸਤਿਗੁਰਾਂ ਨੇ ਮੁਸਕਰਾਉਂਦੇ ਹੋਏ ਭਾਈ ਬਚਿੱਤਰ ਸਿੰਘ ਵੱਲ ਤੱਕਿਆ ਤੇ ਬੋਲੇ, ਕੀ ਨਜ਼ਰ ਆਉਂਦਾ ਹੈ ਪੁੱਤਰ? ਮਹਾਰਾਜ ਪਹਾੜੀਆਂ ਦਾ ਕੱਟਾ ਆਉਂਦਾ ਹੈ, ਹੁਣੇ ਮਾਰ ਕੇ ਤੁਹਾਡੇ ਚਰਨਾਂ ਵਿੱਚ ਲੈ ਕੇ ਆਉਂਦਾ ਹਾਂ। ਭਾਈ ਬਚਿੱਤਰ ਸਿੰਘ ਝੱਟ ਬੋਲੇ। ਮਹਾਰਾਜ ਮੁਸਕਰਾਏ ਤੇ ਬੋਲੇ, ਸਾਡਾ ਸ਼ੇਰ ਲੜੇਗਾ ਜਸਵਰਾਂ ਦੇ ਹਾਥੀ ਨਾਲ। ਤੇ ਥਾਪੜੇ ਸਮੇਤ ਇੱਕ ਨਾਗਣੀ ਵਰਸ਼ਾ ਵੀ ਭਾਈ ਬਚਿੱਤਰ ਸਿੰਘ ਨੂੰ ਦਿੱਤਾ। ਇਹ ਹਾਥੀ ਨੂੰ ਕੱਟਾ ਕਿਉਂ ਕਹਿ ਰਿਹਾ ਹੈ? ਇੱਕ ਮੁਗਲ ਸੂਈਏ ਨੇ ਦੂਜੇ ਨੂੰ ਪੁੱਛਿਆ। ਜਦੋਂ ਗੁਰੂ ਸਿਰ ਤੇ ਹੱਥ ਰੱਖ ਦੇਵੇ ਤਾਂ ਹਾਥੀ ਕੱਟੇ ਹੀ ਜਾਪਦੇ ਹਨ। ਦੂਜਾ ਸੂਈਆ ਬਿਲਕੁਲ ਸੱਚ ਕਹਿ ਗਿਆ ਸੀ। ਗੁਰੂ ਕੇ ਲਾਲ ਭਾਈ ਬਚਿੱਤਰ ਸਿੰਘ ਨੇ ਘੋੜੇ ਤੇ ਖਲੋ ਕੇ ਮਸਤੇ ਹਾਥੀ ਦੇ ਸਿਰ ਵਿੱਚ ਐਸੀ ਨਾਗਣੀ ਮਾਰੀ ਕਿ 7 ਤਵੀਆਂ ਨੂੰ ਪਾਰ ਕਰ ਗਈ ਤੇ ਲਹੂ ਦੀ ਪਰਨਾਲੇ ਜਿਹੀ ਧਾਰ ਹਾਥੀ ਦੇ ਮੱਥੇ ਵਿੱਚੋਂ ਵਹਿ ਤੁਰੀ। ਸਾਰੀ ਪੀਤੀ ਹੋਈ ਲੈ ਗਈ ਤੇ ਹਾਥੀ ਪਿਛਾਂਹ ਨੂੰ ਭੱਜਿਆ। ਗੁਰੂ ਦੇ ਸ਼ੇਰਾਂ ਦਾ ਮੁਕਾਬਲਾ ਕਰਨ ਆਏ ਕੂੰਚਰ ਨੇ ਆਪਣੀ ਹੀ ਫੌਜ ਕੁਚਲ ਕੇ ਮਾਰ ਦਿੱਤੀ। ਪਹਾੜੀਆਂ ਵਿੱਚ ਅੱਜ ਵੀ ਇੱਕ ਆਖਣ ਮਸ਼ਹੂਰ ਹੈ, ਜਦ ਉਹਨਾਂ ਦਾ ਕੋਈ ਬੱਚਾ ਜਾਂ ਨੌਜਵਾਨ ਘਰ ਦਾ ਹੀ ਨੁਕਸਾਨ ਕਰਨ ਲੱਗ ਜਾਵੇ ਤਾਂ ਕਹਿੰਦੇ ਹਨ, ਇਹ ਜਸਵਰਾਂ ਦਾ ਹਾਥੀ ਬਣ ਗਿਆ। ਐਸੇ ਹੁੰਦੇ ਨੇ ਯੋਧਿਆਂ ਦੇ ਵਾਰ ਕਿ ਦੁਸ਼ਮਣ ਮੁਹਾਵਰਿਆਂ ਵਿੱਚ ਵੀ ਯਾਦ ਰੱਖਦੇ ਹਨ। ਭਾਈ ਬਚਿੱਤਰ ਸਿੰਘ ਸ਼ਾਹੀ ਲਸ਼ਕਰਾਂ ਨਾਲ ਲੜਦੇ ਹੋਏ ਕੋਟਲਾ ਨਿਹੰਗ ਖਾਂ ਵਿਖੇ ਸ਼ਹੀਦ ਹੋਏ। ਸ਼ਰਾਬੀ ਹਾਥੀਆਂ ਦੀ ਤਾਕਤ ਵਿੱਚ ਹੰਕਾਰੇ ਹੋਏ ਕੇਸਰੀ ਚੰਦ ਨੇ ਜਦ ਐਲਾਨ ਕੀਤਾ ਕਿ ਉਹ ਮਹਾਰਾਜ ਦਾ ਸਿਰ ਲੈ ਕੇ ਜਾਏਗਾ ਤਾਂ ਭਾਈ ਉਦੇ ਸਿੰਘ ਦਾ ਲਹੂ ਉਬਾਲੇ ਮਾਰਨ ਲੱਗਾ। ਉਹਨਾਂ ਨੇ ਸਤਿਗੁਰਾਂ ਤੋਂ ਆਗਿਆ ਮੰਗੀ, ਥਾਪੜਾ ਦਿਓ ਮਹਾਰਾਜ, ਕੇਸਰੀ ਚੰਦ ਦਾ ਸਿਰ ਲਿਆ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰਾਂਗਾ। ਸੱਚੇ ਪਾਤਸ਼ਾਹ ਨੇ ਭਾਈ ਉਦੇ ਸਿੰਘ ਨੂੰ ਆਪਣਾ ਖਾਸ ਕਿਰਪਾ ਬਰਸ਼ਾ ਵੀ ਦਿੱਤਾ ਤੇ ਉਹ ਭਾਈ ਬਚਿੱਤਰ ਸਿੰਘ ਦੇ ਮਗਰੇ ਹੋ ਤੁਰੇ। ਭਾਈ ਬਚਿੱਤਰ ਸਿੰਘ ਨੇ ਮਸਤੇ ਹਾਥੀ ਦਾ ਮੱਥਾ ਪਾੜ ਕੇ ਘੋੜਾ ਪਿਛਾਂਹ ਮੋੜ ਦਿੱਤਾ ਤੇ ਭਾਈ ਉਦੇ ਸਿੰਘ ਨੇ ਕੇਸਰੀ ਚੰਦ ਨੂੰ ਜਾ ਵੰਗਾਰਿਆ। ਮਹਾਰਾਜ ਤਾਂ ਉਹ ਸ਼ਹਿਨਸ਼ਾਹ ਨੇ ਕੇਸਰੀ ਚੰਦ, ਜਿਨ੍ਹਾਂ ਅੱਗੇ ਅਕਾਲ ਪੁਰਖ ਵੀ ਆ ਕੇ ਬੇਨਤੀ ਕਰਦਾ ਹੈ ਕਿ ਕਿਰਪਾ ਕਰਕੇ ਧਰਤੀ ਤੋਂ ਪਾਪਾਂ ਦਾ ਭਾਰ ਘਟਾਉਣ ਲਈ ਅਵਤਾਰ ਲਓ। ਉਹਨਾਂ ਦਾ ਸੀਸ ਤੇਰੇ ਜਿਹੇ ਗਿੱਦੀ ਦੇ ਤਾਂ ਕੀ ਬ੍ਰਹਮੰਡ ਦੇ ਸਰਬੱਤ ਯੋਧੇ ਇਕੱਠੇ ਹੋ ਕੇ ਆ ਜਾਣ, ਉਹਨਾਂ ਦੀ ਪਹੁੰਚ ਤੋਂ ਵੀ ਬਾਹਰ ਹੈ। ਸੋ ਤੂੰ ਐਂ ਕਰ, ਹਿੰਮਤ ਹੈ ਤਾਂ ਮਹਾਰਾਜ ਦੇ ਚਰਨਾਂ ਦੇ ਸੇਵਕ ਮੇਰੇ ਜਿਹੇ ਇੱਕ ਸਿੱਖ ਦਾ ਸਿਰ ਹੀ ਆ ਕੇ ਲੈ ਜਾ। ਭਾਈ ਉਦੇ ਸਿੰਘ ਦੇ ਇਹ ਬੋਲ ਸੁਣ ਕੇ ਕੇਸਰੀ ਚੰਦ ਸਗੋਂ ਹੋਰ ਪਿਛਾਂਹ ਨੂੰ ਹੋ ਗਿਆ, ਪਰ ਉਦੇ ਸਿੰਘ ਤਾਂ ਮਹਾਰਾਜ ਅੱਗੇ ਬਚਨ ਕਰ ਆਇਆ ਸੀ, ਸੋ ਲੱਖਾਂ ਕਰੋੜਾਂ ਦੀ ਗਿਣਤੀ ਉਸ ਨੂੰ ਕਿੱਥੇ ਰੋਕ ਸਕਦੀ ਸੀ। ਰੋਹ ਵਿੱਚ ਆ ਕੇ ਭਾਈ ਉਦੇ ਸਿੰਘ ਨੇ ਐਸਾ ਵਾਰ ਕੀਤਾ ਕਿ ਅਗਲੇ ਕੁਝ ਪਲਾਂ ਵਿੱਚ ਹੀ ਹੰਕਾਰੇ ਹੋਏ ਕੇਸਰੀ ਚੰਦ ਦਾ ਸਿਰ ਆਨੰਦਪੁਰ ਦੀਆਂ ਧੂੜਾਂ ਨੂੰ ਨਮਸਕਾਰ ਕਰ ਰਿਹਾ ਸੀ। ਮਹਾਰਾਜ ਦੀਆਂ ਫੌਜਾਂ ਦਾ ਜਰਨੈਲ ਭਾਈ ਉਦੇ ਸਿੰਘ ਸ਼ਾਹੀ ਟਿੱਬੀ ਉੱਤੇ 4.5 ਘੰਟੇ 10 ਲੱਖ ਫੌਜ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਇਆ। ਭਾਈ ਮਨੀ ਸਿੰਘ ਦੇ ਬਾਕੀ ਪੁੱਤਰਾਂ ਵਿੱਚੋਂ ਅਨੇਕ ਸਿੰਘ, ਅਜਬ ਸਿੰਘ ਤੇ ਅਜਾਇਬ ਸਿੰਘ ਨੇ ਚਮਕੌਰ ਦੀ ਜੰਗ ਵਿੱਚ ਜੂਝ ਕੇ ਸ਼ਹੀਦੀ ਪਾਈ। 2 ਪੁੱਤਰ ਚਿੱਤਰ ਸਿੰਘ ਤੇ ਗੁਰਬਖਸ਼ ਸਿੰਘ ਲਾਹੌਰ ਵਿੱਚ ਭਾਈ ਮਨੀ ਸਿੰਘ ਨਾਲ ਸ਼ਹੀਦ ਹੋਏ। ਰਹਿਤਨਾਮੇ ਦਾ ਲਿਖਾਰੀ ਭਾਈ ਦੇਸਾ ਸਿੰਘ ਵੀ ਭਾਈ ਮਨੀ ਸਿੰਘ ਦਾ ਪੁੱਤਰ ਸੀ। ਭਾਈ ਮਨੀ ਸਿੰਘ ਜੀ ਦੇ ਕਈ ਪੋਤਰੇ ਵੀ ਪੰਥ ਲੇਖੇ ਆਪਣੀਆਂ ਦੇਹਾਂ ਲਾ ਗਏ। ਬਾਬਾ ਬੰਦਾ ਸਿੰਘ ਨਾਲ ਮਿਲ ਕੇ ਜੰਗ ਵਿੱਚ ਜੂਝਦਿਆਂ ਸ਼ਹੀਦ ਭਾਈ ਚਿੱਤਰ ਸਿੰਘ ਦੇ ਪੁੱਤਰ ਕੇਸੋ ਸਿੰਘ ਬਿਲਾਸਪੁਰ ਸ਼ਹੀਦ ਹੋਏ ਤੇ ਸੈਣਾ ਸਿੰਘ ਸੰਢੋਰੇ ਦੀ ਜੰਗ ਵਿੱਚ। ਹਾਠੂ ਸਿੰਘ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਕਈ ਸਾਲ ਬਾਅਦ ਸਰਹੰਦ ਵਿੱਚ ਸ਼ਹੀਦੀ ਪਾ ਗਏ। ਭਾਈ ਬਚਿੱਤਰ ਸਿੰਘ ਦੇ 2 ਪੁੱਤਰਾਂ ਵਿੱਚੋਂ ਭਾਈ ਸੰਗਰਾਮ ਸਿੰਘ ਚੱਪੜਚਿੜੀ ਦੇ ਮੈਦਾਨ ਵਿੱਚ ਸ਼ਹੀਦ ਹੋਏ ਤੇ ਭਾਈ ਰਾਮ ਸਿੰਘ ਬਰਕਸ਼ੀਅਰ ਬਾਦਸ਼ਾਹ ਦੁਆਰਾ ਬਾਬਾ ਬੰਦਾ ਸਿੰਘ ਸਮੇਤ ਦਿੱਲੀ ਵਿੱਚ ਸ਼ਹੀਦ ਕੀਤੇ ਗਏ ਸਿੰਘਾਂ ਵਿੱਚ ਸ਼ਾਮਲ ਸਨ। ਭਾਈ ਉਦੇ ਸਿੰਘ ਦੇ 7 ਪੁੱਤਰਾਂ ਵਿੱਚੋਂ 5 ਨੇ ਸ਼ਹਾਦਤ ਪ੍ਰਾਪਤ ਕੀਤੀ। ਮਹਿਬੂਬ ਸਿੰਘ ਤੇ ਫਤਿਹ ਸਿੰਘ ਚੱਪੜਚਿੜੀ, ਬਾਘ ਸਿੰਘ ਬਿਲਾਸਪੁਰ, ਅਲਵੇਲ ਸਿੰਘ ਤੇ ਮੋਹਰ ਸਿੰਘ ਨੇ ਸੰਢੋਰੇ ਦੀ ਜੰਗ ਵਿੱਚ ਸ਼ਹਾਦਤ ਨੂੰ ਗਲਵੱਕੜੀ ਪਾਈ। 30 ਦੇ ਲਗਭਗ ਜੀਆਂ ਨੇ ਸ਼ਹਾਦਤ ਪ੍ਰਾਪਤ ਕੀਤੀ। ਜੇ ਭਾਈ ਮਨੀ ਸਿੰਘ ਜੀ ਦੇ ਸਾਕ ਸੰਬੰਧੀਆਂ ਦਾ ਲੇਖਾ ਜੋਖਾ ਕਰਨਾ ਹੋਵੇ, ਜਿਵੇਂ ਭਾਈ ਸਾਹਿਬ ਦੇ ਦਾਦੇ ਦੇ ਭਰਾ ਭਾਈ ਨਾਨੂ ਜੀ, ਭਾਈ ਸਾਹਿਬ ਦੇ ਸਹੁਰੇ ਭਾਈ ਲੱਖੀ ਸ਼ਾਹ ਬਣਜਾਰਾ ਦਾ ਪਰਿਵਾਰ, ਤਾਂ ਗਿਣਤੀ ਪਤਾ ਨਹੀਂ ਕਿੱਥੇ ਦੀ ਕਿੱਥੇ ਚਲੀ ਜਾਵੇ। 13 ਸਾਲ ਦੇ ਸਨ ਭਾਈ ਮਨੀ ਸਿੰਘ ਜੀ ਜਦ ਉਹਨਾਂ ਦੇ ਪਿਤਾ ਭਾਈ ਮਾਈ ਦਾਸ ਜੀ ਉਹਨਾਂ ਨੂੰ ਸਤਿਗੁਰ ਸ਼੍ਰੀ ਹਰਿ ਰਾਏ ਜੀ ਦੇ ਦਰਸ਼ਨ ਲਈ ਕੀਰਤਪੁਰ ਸਾਹਿਬ ਲੈ ਆਏ।
ਮਹਾਰਾਜ ਦੇ ਚਰਨ ਸਪਰਸ਼ ਕਰਦਿਆਂ ਹੀ ਭਾਈ ਮਨੀ ਸਿੰਘ ਨੇ ਜਾਣ ਲਿਆ ਸੀ ਕਿ ਉਹਨਾਂ ਦਾ ਆਦ ਅੰਤ ਇਹੋ ਹੈ। ਗੁਰੂ ਹਰਿਰਾਏ ਜੀ ਦੇ ਸਨਮੁਖ ਐਸਾ ਬੈਠੇ ਕਿ ਮੁੜ ਸ਼ਹਾਦਤ ਤੱਕ ਨਹੀਂ ਉੱਠੇ। ਸਤਿਗੁਰਾਂ ਕੋਲ 2200 ਘੋੜ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਟੁਕੜੀ ਦੀ ਕਮਾਨ ਭਾਈ ਮਨੀ ਸਿੰਘ ਨੂੰ ਦਿੱਤੀ ਗਈ। ਰਾਜਾ ਜੈ ਸਿੰਘ ਦੇ ਸੱਦੇ 'ਤੇ ਜਦ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਵੀ ਉਹਨਾਂ ਦੇ ਨਾਲ ਸਨ। ਚੇਚਕ ਦੇ ਮਰੀਜ਼ਾਂ ਦੀ ਸਾਰੀ ਪੀੜ ਤੇ ਬਿਮਾਰੀ ਆਪਣੇ ਸਰੀਰ 'ਤੇ ਲੈਣ ਮਗਰੋਂ ਜਦ ਮਹਾਰਾਜ ਅਸ਼ਟਮ ਬਲਬੀਰਾ ਨੇ ਬੋਲ ਉਚਾਰੇ ਬਾਬਾ ਬਕਾਲੇ, ਤਾਂ ਭਾਈ ਮਨੀ ਸਿੰਘ ਮਾਤਾ ਸੁਲੱਖਣੀ ਜੀ ਨਾਲ ਬਕਾਲੇ ਆ ਗਏ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਰਹਿੰਦਿਆਂ ਭਾਈ ਮਨੀ ਸਿੰਘ ਉਹਨਾਂ ਨਾਲ ਪ੍ਰਚਾਰ ਦੌਰਿਆਂ ਉੱਤੇ ਵੀ ਜਾਂਦੇ ਰਹੇ। ਦਿੱਲੀ ਦੇ ਚਾਂਦਨੀ ਚੌਕ ਵਿੱਚ ਵਾਪਰੇ ਮਹਾਨ ਵਰਤਾਰੇ ਮਗਰੋਂ ਭਾਈ ਮਨੀ ਸਿੰਘ ਜੀ ਦੇ ਸਹੁਰੇ ਭਾਈ ਲੱਖੀ ਸ਼ਾਹ ਜੀ ਵੱਲੋਂ ਮਹਾਰਾਜ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਸੇਜ ਬਣਾ ਕੇ ਕੀਤਾ ਗਿਆ। ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਦਿਆਲਾ ਜੀ ਵੀ 9ਵੇਂ ਮਹਾਰਾਜ ਨਾਲ ਦਿੱਲੀ ਸ਼ਹੀਦ ਹੋਏ, ਜਿੱਥੇ ਉਹਨਾਂ ਨਫ਼ਰਤਾਂ ਦੀ ਬਲਦੀ ਅੱਗ ਨੂੰ ਉਬਲਦੀ ਦੇਗ ਵਿੱਚ ਬੈਠ ਕੇ ਕੁਝ ਸ਼ਾਂਤ ਕੀਤਾ। 9ਵੇਂ ਸਤਿਗੁਰਾਂ ਨੇ ਜਦ ਦਿੱਲੀ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਫੋੜਿਆ, ਤਦੋਂ ਭਾਈ ਮਨੀ ਸਿੰਘ ਕਲਗੀਧਰ ਜੀ ਦੀ ਸੇਵਾ ਵਿੱਚ ਮੌਜੂਦ ਸਨ। 13 ਸਾਲ ਦੀ ਦੁਨਿਆਵੀ ਉਮਰ ਵਿੱਚ 7ਵੇਂ ਪਾਤਸ਼ਾਹ ਦੇ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਬਾਲ ਮਨੀ ਰਾਮ ਅੱਜ 35 ਸਾਲ ਦੀ ਉਮਰ ਵਿੱਚ ਆਉਂਦਿਆਂ ਗੁਰਮਤ ਦਾ ਧੁਰੰਦਰ ਵਿਦਵਾਨ ਤੇ ਗਿਆਨੀ ਭਾਈ ਮਨੀ ਸਿੰਘ ਬਣ ਚੁੱਕਾ ਸੀ। ਜਦ 10ਵੇਂ ਪਾਤਸ਼ਾਹ ਨੇ ਧੀਰ ਮੱਲੀਆਂ ਪਾਸੋਂ ਆਦਿ ਬੀੜ ਦੀ ਮੰਗ ਕੀਤੀ ਕਿ 9ਵੇਂ ਪਾਤਸ਼ਾਹ ਦੀ ਬਾਣੀ ਸ਼ਾਮਲ ਕਰ ਬੀੜ ਨੂੰ ਅੰਤਮ ਰੂਪ ਦੇ ਕੇ ਸੰਪੂਰਨ ਕੀਤਾ ਜਾ ਸਕੇ, ਤਾਂ ਧੀਰ ਮੱਲੀਆਂ ਨੇ ਨਾ ਕਰ ਦਿੱਤੀ। ਕਲਗੀਧਰ ਸਵਾਮੀ ਜੀ ਨੇ ਸਿੱਖਾਂ ਤੇ ਉਪਕਾਰ ਕਰਦਿਆਂ ਸੰਪੂਰਨ ਬਾਣੀ ਆਪਣੇ ਮੁਖਾਰਬਿੰਦ ਤੋਂ ਦੁਬਾਰਾ ਉਚਾਰਨ ਕੀਤੀ ਤੇ ਇੱਕ ਨਵੀਂ ਬੀੜ ਤਿਆਰ ਕਰਵਾਈ, ਜਿਸ ਨੂੰ ਦਮਦਮੀ ਬੀੜ ਕਿਹਾ ਗਿਆ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ, ਉਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਇਹ ਸੇਵਾ ਭਾਈ ਮਨੀ ਸਿੰਘ ਜੀ ਤੋਂ ਕਰਵਾਈ। ਇਸ ਕਾਰਜ ਵਿੱਚ ਬਾਬਾ ਦੀਪ ਸਿੰਘ ਜੀ ਵੱਲੋਂ ਵੀ ਭਾਈ ਮਨੀ ਸਿੰਘ ਜੀ ਦੀ ਬਹੁਮੁੱਲੀ ਸਹਾਇਤਾ ਕੀਤੀ ਗਈ। ਬਾਜਾਂ ਵਾਲੇ ਸਤਿਗੁਰ ਨੇ ਸੰਪੂਰਨ ਬਾਣੀ ਦੀ ਕਥਾ ਵੀ ਆਪਣੇ ਮੁੱਖੋਂ ਸੰਗਤਾਂ ਨੂੰ ਸਵਰਨ ਕਰਵਾਈ, ਜਿਸ ਨੂੰ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਸੁਣਾਇਆ। ਐਸੀ ਇਕਾਗਰਤਾ ਦੇਖਦਿਆਂ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਤੁਸਾਂ ਐਸਾ ਗੁਰਸਿੱਖੀ ਜੀਵਨ ਜਿਉਣਾ ਹੈ ਜੋ ਸਿੱਖਾਂ ਲਈ ਮਿਸਾਲ ਹੋ ਨਿਬੜੇਗਾ। ਗੁਰਬਾਣੀ ਲਿਖਣ, ਗਾਵਣ ਤੇ ਕਥਾ ਦੀ ਐਸੀ ਪ੍ਰੇਰਨਾ ਤੁਸੀਂ ਪੰਥ ਵਿੱਚ ਪੈਦਾ ਕਰੋਗੇ ਕਿ ਤੁਹਾਡੇ ਤੋਂ ਟਕਸਾਲਾਂ ਸੰਪਰਦਾਵਾਂ ਸ਼ੁਰੂ ਹੋਣਗੀਆਂ। ਰੁੱਖ ਰੂਪੀ ਇਸ ਪੰਥ ਦੀਆਂ ਕਈ ਸ਼ਾਖਾਵਾਂ ਤੁਹਾਡੇ ਤੋਂ ਗਿਆਨ ਲੈ ਕੇ ਫੁੱਟਣਗੀਆਂ। ਮਹਾਰਾਜ ਨੇ ਹੀ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਰਹਿ ਕੇ ਪਾਵਨ ਬੀੜਾਂ ਲਿਖਣ ਲਿਖਵਾਉਣ ਤੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਵਿਖੇ ਇਹ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ। ਬਾਣੀ ਲਿਖਣ ਦੀ ਸੇਵਾ ਕਰਦਿਆਂ ਹੀ ਭਾਈ ਮਨੀ ਸਿੰਘ ਜੀ ਦੇ ਮਨ ਵਿੱਚ ਫੁਰਨਾ ਆਇਆ ਕਿ ਉਹਨਾਂ ਨੇ ਸਿੱਖ ਸੰਗਤਾਂ ਦੇ ਸੁੱਖ ਲਈ ਬਾਣੀ ਦੀਆਂ ਵੱਖ-ਵੱਖ ਪੋਥੀਆਂ ਬਣਾ ਦਿੱਤੀਆਂ। ਨਿਤਨੇਮ, ਪੰਜ ਗ੍ਰੰਥੀ, ਦੱਖਣੀ ਓਂਕਾਰ, 52 ਅੱਖਰੀ, 22 ਵਾਰਾਂ ਭਗਤ ਬਾਣੀ ਦੀਆਂ ਪੋਥੀਆਂ ਤਿਆਰ ਕਰ ਦਿੱਤੀਆਂ। ਉਹਨਾਂ ਆਦਿ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਵੀ ਕੁਝ ਹਿਲਾ ਦਿੱਤੀ ਤੇ ਬਾਣੀ ਨੂੰ ਰਾਗ ਆਧਾਰਿਤ ਦੀ ਥਾਂ ਗੁਰੂ ਪਾਤਸ਼ਾਹੀਆਂ ਦੇ ਕਾਲ ਅਨੁਸਾਰੀ ਕਰ ਦਿੱਤੀ। ਨਾਲ ਹੀ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੀ ਇੱਕ ਬੀੜ ਤਿਆਰ ਕਰ ਦਿੱਤੀ। ਭਾਈ ਸਾਹਿਬ ਦੇ ਇਹਨਾਂ ਕਾਰਜਾਂ ਤੇ ਪੰਥ ਉਹਨਾਂ ਨਾਲ ਕੁਝ ਨਾਰਾਜ਼ ਹੋ ਗਿਆ। ਕੁਝ ਸਿੰਘਾਂ ਨੇ ਗਿਲੇ ਰੂਪੀ ਇਹ ਬੋਲ ਬੋਲੇ, ਭਾਈ ਮਨੀ ਸਿੰਘ ਜੀ, ਜਿਵੇਂ ਤੁਸੀਂ ਮਹਾਰਾਜ ਦੀ ਬਾਣੀ ਦੇ ਅੰਗ ਹਿਲਾਏ ਨੇ ਤੇ ਬਾਣੀ ਵੱਖ-ਵੱਖ ਪੋਥੀਆਂ ਵਿੱਚ ਕਰ ਦਿੱਤੀ ਹੈ, ਉਸੇ ਤਰ੍ਹਾਂ ਤੁਹਾਡੇ ਅੰਗ ਸਰੀਰ ਨਾਲੋਂ ਜੁਦਾ ਕੀਤੇ ਜਾਣਗੇ। ਪੰਥ ਦੇ ਸਹਿ ਸੁਭਾਅ ਕਹੇ ਬੋਲ ਭਾਈ ਮਨੀ ਸਿੰਘ ਜੀ ਨੇ ਸਿਰ ਮੱਥੇ ਤੇ ਲਏ। ਉਹਨਾਂ ਸਿਰ ਝੁਕਾਉਂਦਿਆਂ ਪੰਥ ਅੱਗੇ ਬੇਨਤੀ ਕੀਤੀ, ਮੇਰੇ ਵੱਡੇ ਭਾਗ ਹੋਣਗੇ ਜੇ ਮੈਂ ਪੰਥ ਦੇ ਮੇਰੇ ਲਈ ਕਹੇ ਬੋਲਾਂ ਨੂੰ ਆਪਣੀ ਦੇਹ ਤੇ ਹੰਢਾ ਸਕਾਂ। ਮੈਂ ਖਿੜੇ ਮੱਥੇ ਸਤ ਬਚਨ ਕਹਿ ਕੇ ਇਹਨਾਂ ਨੂੰ ਸਵੀਕਾਰਦਾ ਹਾਂ, ਪਰ ਇੱਕ ਬੇਨਤੀ ਖਾਲਸਾ ਜੀ ਅੱਗੇ ਜ਼ਰੂਰ ਕਰਨੀ ਚਾਹੁੰਦਾ ਹਾਂ। ਇਹ ਕਹਿੰਦਿਆਂ ਅਕਾਲ ਬੂੰਗੇ ਤੇ ਬੈਠੇ ਭਾਈ ਮਨੀ ਸਿੰਘ ਜੀ ਹੱਥ ਜੋੜਦਿਆਂ ਖੜੇ ਹੋ ਗਏ ਕਿ ਸਰਬ ਸਮਰੱਥ ਖਾਲਸਾ ਪੰਥ ਮੈਨੂੰ ਬਖਸ਼ ਲਵੇ ਤੇ ਮੇਰੇ ਲਈ ਇੰਨੀ ਕੁ ਅਰਦਾਸ ਸਤਿਗੁਰਾਂ ਦੇ ਚਰਨਾਂ ਤੇ ਕਰ ਦੇਵੇ ਕਿ ਪੰਥ ਦੇ ਮੇਰੀ ਝੋਲੀ ਪਾਏ ਇਹਨਾਂ ਬਚਨਾਂ ਨੂੰ ਪਾਲਦਿਆਂ ਹੋਇਆਂ ਮੇਰੇ ਮੂੰਹੋਂ ਇੱਕ ਵਾਰ ਵੀ ਹਾਏ ਨਾ ਨਿਕਲੇ। ਮੇਰੀ ਦੇਹ ਤੁਰਕਾਂ ਸਿਰ ਲੱਗੇ ਤੇ ਬੰਦ ਕਟਵਾਉਂਦਿਆਂ ਹੋਇਆਂ ਮੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ। ਖਾਲਸਾ ਜੀ, ਇਹ ਇੱਕ ਦੇ ਵਿਚਾਰੀ ਕੀ ਸ਼ੈ ਹੈ। ਪੰਥ ਦੇ ਬਚਨਾਂ ਉੱਤੇ ਅਜਿਹੀਆਂ ਲੱਖਾਂ ਦੇਹਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ। ਦੇਹ ਤਾਂ ਆਉਣੀ ਜਾਣੀ ਹੈ, ਸਿੱਖੀ ਕਰਮਾਂ ਨਾਲ ਮਿਲਦੀ ਹੈ। ਬਸ ਐਨੀ ਜੋਦੜੀ ਹੈ ਖਾਲਸੇ ਅੱਗੇ ਕਿ ਮੇਰੀ ਸਿੱਖੀ ਪਾਰ ਚੜ੍ਹ ਜਾਣ ਦੀ ਅਰਦਾਸ ਕਰ ਦੇਵੇ। ਭਾਈ ਮਨੀ ਸਿੰਘ ਦੇ ਇਹ ਬੋਲ ਸੁਣਦਿਆਂ ਪੰਥ ਨੇ 5 ਸਿੰਘਾਂ ਨੂੰ ਬੇਨਤੀ ਕੀਤੀ ਕਿ ਭਾਈ ਮਨੀ ਸਿੰਘ ਜੀ ਦੀ ਇਹ ਅਰਦਾਸ
ਜ਼ਰੂਰ ਕੀਤੀ ਜਾਵੇ। ਹੇ ਨਿਮਾਣਿਆਂ ਦੇ ਮਾਣ, ਨਿਰੰਕਾਰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਚਰਨ ਕਮਲਾਂ ਪਾਸ ਖਾਲਸੇ ਦੀ ਅਰਦਾਸ ਹੈ ਜੀ। ਆਪ ਜੀ ਦੇ ਪਿਆਰੇ ਗੁਰਸਿੱਖ ਭਾਈ ਮਨੀ ਸਿੰਘ ਜੀ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਨੇ ਵਜਾਵੇ। ਅੰਗ ਸੰਗ ਸਿਹਾਈ ਹੋਣਾ ਸਤਿਗੁਰ ਜੀਓ। ਪੰਥ ਦੇ ਬੋਲਾਂ ਨੂੰ ਪਾਲਦੇ ਹੋਏ ਬੰਦ ਕਟਵਾਉਂਦਿਆਂ ਭਾਈ ਮਨੀ ਸਿੰਘ ਜੀ ਨੂੰ ਸਿਦਕ ਤੇ ਦ੍ਰਿੜਤਾ ਬਖਸ਼ਣੀ। ਅਰਦਾਸ ਦੇ ਇਹ ਬੋਲ ਸੁਣਦਿਆਂ ਭਾਈ ਮਨੀ ਸਿੰਘ ਜੀ ਦਾ ਚਿਹਰਾ ਸੂਰਜ ਵਾਂਗ ਦਗਣ ਲੱਗਾ ਤੇ ਮਨ ਵਿੱਚ ਸ਼ਹਾਦਤ ਦੇ ਚਾਉ ਦੀਆਂ ਛੱਲਾਂ ਉੱਠਣ ਲੱਗੀਆਂ। ਸਮਾਂ ਆਣ ਢੁੱਕਾ। ਦੀਵਾਲੀ ਦਾ ਜੋੜ ਮੇਲਾ ਲਾਉਣ ਲਈ ਭਾਈ ਮਨੀ ਸਿੰਘ ਜੀ ਨੇ ਭਾਈ ਸਵੇਗ ਸਿੰਘ ਰਾਹੀਂ ਕਾਜ਼ੀ ਅਬਦੁਲ ਰਜ਼ਾਕ ਨਾਲ ਗੱਲ ਕਰ ਲਈ ਕਿ ਲਾਹੌਰ ਦਰਬਾਰ ਨੂੰ 10,000 ਟਕੇ ਦਿੱਤੇ ਜਾਣਗੇ, ਜਿਸ ਬਦਲੇ ਮੁਗਲ ਦੀਵਾਲੀ ਦੇ ਜੋੜ ਮੇਲੇ ਵਿੱਚ ਕੋਈ ਖਲਲ ਨਹੀਂ ਪਾਉਣਗੇ। ਜ਼ਕਰੀਆ ਇਸ ਗੱਲ ਤੇ ਸਹਿਮਤ ਹੋ ਗਿਆ। ਬਿਨਾਂ ਕਿਸੇ ਕਾਰਨ ਉਹ ਸਿੱਖਾਂ ਨਾਲ ਕੋਈ ਝੜਪ ਚਾਹੁੰਦਾ ਵੀ ਨਹੀਂ ਸੀ ਤੇ ਹੁਣ ਤਾਂ ਉਸ ਨੂੰ ਸਗੋਂ 10,000 ਟਕੇ ਮਿਲ ਰਹੇ ਸਨ। ਨਵਾਬ ਨੇ ਸਿੱਖਾਂ ਵੱਲ ਸੁਨੇਹਾ ਘਲਾ ਦਿੱਤਾ ਕਿ ਤੁਸੀਂ ਕਰਾਰ ਕੀਤੀ ਰਕਮ ਤਿਆਰ ਰੱਖਿਓ, ਸਾਡੇ ਵੱਲੋਂ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ। ਖਾਨ ਬਹਾਦਰ ਨੇ ਪੈਸਿਆਂ ਦੀ ਉਗਰਾਹੀ ਲਈ ਇੱਕ ਦਰੋਗਾ ਵੀ ਅੰਮ੍ਰਿਤਸਰ ਬਿਠਾ ਦਿੱਤਾ। ਭਾਈ ਮਨੀ ਸਿੰਘ ਨੇ ਸਿੱਖ ਸੰਗਤਾਂ ਨੂੰ ਜੋੜ ਮੇਲੇ ਲਈ ਸਭ ਪਾਸੇ ਸੱਦੇ ਘਲਾ ਦਿੱਤੇ ਤੇ ਪੰਥ ਮੇਲਾ ਧੂਮ-ਧਾਮ ਨਾਲ ਮਨਾਉਣ ਲਈ ਤਿਆਰੀ ਕਰਨ ਲੱਗਾ। ਲੰਮੇ ਸਮੇਂ ਤੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਤਿਹਾਏ ਬੈਠੇ ਸਿੱਖ ਅੰਮ੍ਰਿਤਸਰ ਸਾਹਿਬ ਆਉਣ ਲਈ ਕਮਰ ਕੱਸੇ ਕਰਨ ਲੱਗੇ। ਇੱਧਰ ਜਦ ਇਸ ਸੰਧੀ ਦੀ ਖਬਰ ਲੱਖੂ ਖੱਤਰੀ ਨੂੰ ਲੱਗੀ ਤਾਂ ਉਸ ਨੂੰ ਸਣ ਕੱਪੜੀ ਅੱਗ ਲੱਗ ਗਈ। ਉਹ ਉਸੇ ਵੇਲੇ ਨਵਾਬ ਕੋਲ ਗਿਆ ਤੇ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਹਜ਼ੂਰ, ਲੁੱਟ ਮਾਰ ਕਰਨ ਵਾਲੀ ਕੌਮ ਹੈ ਇਹ, ਜ਼ਰਾਇਮ ਪੇਸ਼ਾ ਲੋਕ, ਇਹਨਾਂ ਨਾਲ ਕਾਦੀ ਸੰਧੀ? ਇਹਨਾਂ ਇਕੱਠੇ ਹੋ ਕੇ ਸਾਨੂੰ ਹੀ ਪੈ ਜਾਣਾ ਹੈ। ਤੁਹਾਡਾ ਪੈਸਿਆਂ ਲਈ ਬਿਠਾਇਆ ਦਰੋਗਾ ਹੀ ਪਹਿਲਾਂ ਝਟਕਾਉਣਗੇ। ਤੁਸੀਂ ਦੇਖਿਓ, ਜਿਨ੍ਹਾਂ ਦਾ ਕਿੱਤਾ ਹੀ ਦੰਗਾ ਹੈ ਹਜ਼ੂਰ, ਉਹ ਕਦ ਟਿਕ ਕੇ ਬੈਠ ਸਕਦੇ ਹਨ। ਲੱਖੂ ਦੀ ਗੱਲ ਸੁਣ ਕੇ ਨਵਾਬ ਦੇ ਅੰਦਰ ਦੀ ਘਬਰਾਹਟ ਉਸਲ ਵੱਟੇ ਲੈਣ ਲੱਗੀ। ਉਸ ਨੇ ਫੌਜ ਦੀ ਇੱਕ ਵੱਡੀ ਟੁਕੜੀ ਲਖਪਤ ਰਾਏ ਦੀ ਅਗਵਾਈ ਵਿੱਚ ਅੰਮ੍ਰਿਤਸਰ ਵੱਲ ਤੋਰ ਦਿੱਤੀ, ਪਰ ਉਹਨਾਂ ਨੂੰ ਇਹ ਤਕੀਦ ਕਰ ਦਿੱਤੀ ਕਿ ਫੌਜ ਦਾ ਡੇਰਾ ਬਾਹਰ ਰਾਮ ਤੀਰਥ ਦੇ ਸਥਾਨ ਤੇ ਕਰਵਾ ਲਿਆ ਜਾਏ ਤਾਂ ਕਿ ਲੋੜ ਪੈਣ ਤੇ ਤੁਰੰਤ ਚੜ੍ਹਾਈ ਕੀਤੀ ਜਾ ਸਕੇ। ਜੇ ਉਹਨਾਂ ਕੋਈ ਲੁੱਟ ਮਾਰ ਦੀ ਸਕੀਮ ਕੀਤੀ ਵੀ ਹੋਈ ਤਾਂ ਫੌਜ ਦੇਖ ਕੇ ਨਹੀਂ ਕਰਨਗੇ। ਪਰ ਲੱਖੂ ਦੀ ਨੀਤੀ ਕੁਝ ਹੋਰ। ਉਸ ਦੇ ਅੰਦਰ ਖੁਰਾਫਾਤ ਚੱਲ ਰਹੀ ਸੀ ਕਿ ਕਿਸੇ ਵੀ ਤਰ੍ਹਾਂ ਜਦ ਸਿੱਖ ਦਰਬਾਰ ਸਾਹਿਬ ਅੰਦਰ ਇਕੱਠੇ ਹੋ ਜਾਣ ਤਾਂ ਉਹਨਾਂ ਨੂੰ ਘੇਰਾ ਪਾ ਲਿਆ ਜਾਵੇ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਗਿਣਤੀ ਵਿੱਚ ਉਹਨਾਂ ਨੂੰ ਪਾਰ ਬੁਲਾ ਦਿੱਤਾ ਜਾਵੇ। ਸਿੰਘਾਂ ਨੂੰ ਤਾਂ ਪਹਿਲਾਂ ਹੀ ਤੁਰਕਾਂ ਦੀ ਨੀਅਤ ਉੱਤੇ ਸ਼ੱਕ ਸੀ। ਇਸ ਫੌਜ ਦੇ ਆਉਣ ਨਾਲ ਉਹ ਯਕੀਨ ਬਣ ਗਿਆ। ਸੋ ਜਿੰਨੇ ਕੁ ਸਿੱਖ ਆਏ ਸਨ ਇਸ਼ਨਾਨ ਕਰਕੇ ਪਰਤ ਗਏ ਤੇ ਬਾਕੀਆਂ ਨੂੰ ਭਾਈ ਮਨੀ ਸਿੰਘ ਦੇ ਆਉਣ ਤੋਂ ਰੋਕ ਦਿੱਤਾ। ਰੋਸ ਵਿੱਚ ਆਏ ਮੁੜਦੇ ਹੋਏ ਸਿੰਘਾਂ ਨਾਲ ਕੁਝ ਥਾਈਂ ਮੁਗਲਾਂ ਦੀਆਂ ਝੜਪਾਂ ਹੋਈਆਂ, ਜਿਨ੍ਹਾਂ ਵਿੱਚ ਉਹ ਕਈ ਤੁਰਕਾਂ ਦਾ ਮੱਕੂ ਠੱਪ ਗਏ ਤੇ ਨਾਲ ਹੀ ਕਈ ਚੌਧਰੀਆਂ ਦੇ ਵੀ ਸੌਦੇ ਲਾ ਗਏ। ਲੱਖੂ ਖੱਤਰੀ ਨੂੰ ਨਾਲ ਲੈ ਕੇ ਦਰੋਗਾ ਭਾਈ ਮਨੀ ਸਿੰਘ ਤੋਂ ਤੈਅ ਕੀਤੀ ਹੋਈ ਰਕਮ ਲੈਣ ਲਈ ਆ ਹਾਜ਼ਰ ਹੋਇਆ। ਜਦ ਭਾਈ ਸਾਹਿਬ ਨੇ ਕਿਹਾ ਕਿ ਮੇਲਾ ਤਾਂ ਤੁਸੀਂ ਲੱਗਣ ਹੀ ਨਹੀਂ ਦਿੱਤਾ ਤਾਂ ਗੁੱਸੇ ਵਿੱਚ ਲੱਖੂ ਬੋਲਿਆ, ਮੇਲਾ ਤੇ ਤਾਂ ਲੱਗਦਾ ਨਾ ਜੇ ਤੁਸੀਂ ਮੇਲਾ ਲਾਉਣ ਦੀ ਨੀਤ ਨਾਲ ਇਕੱਠੇ ਹੋ ਰਹੇ ਹੁੰਦੇ। ਤੁਹਾਡੇ ਅੰਦਰ ਤਾਂ ਹੋਰ ਖੁਰਾਫਾਤਾਂ ਚੱਲ ਰਹੀਆਂ ਸਨ। ਉਹ ਤਾਂ ਸਾਡੀ ਸੈਨਾ ਹੀ ਸੁਚੇਤ ਸੀ, ਨਹੀਂ ਤੁਸੀਂ ਕਦ ਢਿੱਲ ਗੁਜ਼ਾਰਨੀ ਸੀ। ਚੁੱਪਚਾਪ 10,000 ਸਾਡੇ ਹਵਾਲੇ ਕਰੋ, ਕਿਤੇ ਹੋਰ ਨਾ ਜਾ ਜਾਂਦੀ ਕਰਵਾ ਬੈਠਿਓ। ਪਰ ਭਾਈ ਮਨੀ ਸਿੰਘ ਜੀ ਨੇ ਪੈਸੇ ਦੇਣੋਂ ਕੋਰੀ ਨਾ ਕਰ ਦਿੱਤੀ ਤੇ ਲੱਖੂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਭਾਈ ਮਨੀ ਸਿੰਘ ਜੀ ਦੇ ਨਾਲ ਉਹਨਾਂ ਦੇ ਭਰਾ ਭਾਈ ਜਗਤ ਸਿੰਘ ਤੇ 2 ਪੁੱਤਰ ਚਿੱਤਰ ਸਿੰਘ ਤੇ ਗੁਰਬਖਸ਼ ਸਿੰਘ ਨੂੰ ਵੀ ਫੜ ਕੇ ਲਾਹੌਰ ਲਿਆਂਦਾ ਗਿਆ। ਜੋ ਇਕਰਾਰ ਹੋਇਆ ਸੀ ਉਸ ਅਨੁਸਾਰ 10,000 ਤਾਂ ਤੁਹਾਨੂੰ ਭਰਨਾ ਹੀ ਪਵੇਗਾ। ਖਾਨੂ ਬੋਲਿਆ, ਇਕਰਾਰ ਤੇ ਪੂਰੇ ਕਦ ਉਤਰੇ ਹੋ ਤੁਸੀਂ? ਇਕਰਾਰ ਤਾਂ ਹੋਇਆ ਸੀ ਕਿ ਤੁਸੀਂ ਬਿਨਾਂ ਕਿਸੇ ਖਰਾਬੀ ਦੇ ਮੇਲਾ ਲੱਗਣ ਦਿਓਗੇ, ਕਿ ਸੱਚਮੁੱਚ ਹੀ ਤੁਸੀਂ ਕੋਈ ਖਰਾਬੀ ਨਹੀਂ ਕੀਤੀ। ਤੇ ਜੇ ਅਸੀਂ ਉੱਥੇ ਨਾ ਪਹੁੰਚਦੇ ਤਾਂ ਤੁਸੀਂ ਤਾਂ ਬਸ ਮੇਲਾ ਲਾ ਕੇ ਚੁੱਪਚਾਪ ਆਪਣੇ ਪਿੰਡਾਂ ਨੂੰ ਪਰਤ ਜਾਣਾ ਸੀ। ਐਡੇ ਭਲੇ ਮਾਨਸ ਹੀ ਹੋ ਤੁਸੀਂ ਤਾਂ। ਇਸ ਤੋਂ ਪਹਿਲਾਂ ਕਿ ਜ਼ਕਰੀਆ ਕੁਝ ਬੋਲਦਾ, ਲੱਖੂ ਨੇ ਹੋਰ ਭੜਾਸ ਕੱਢੀ। ਲਾਹੌਰ ਦੀ ਸਿੱਖ ਸੰਗਤ ਤੇ ਕੁਝ ਹੋਰ ਸ਼ਾਹੂਕਾਰ ਜ਼ਕਰੀਆ ਖਾਨ ਨੂੰ ਕਹਿਣ ਲੱਗੇ ਕਿ ਜੇ ਭਾਈ ਮਨੀ ਸਿੰਘ ਜੀ ਨੂੰ ਰਿਹਾ ਕਰ ਦਿੱਤਾ ਜਾਏ ਤਾਂ ਬਣਦੇ 10,000 ਟਕੇ ਉਹ ਚੁਕਾ ਸਕਦੇ ਹਨ। ਇਹ ਸੁਣਦਿਆਂ ਹੀ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਵਰਜਿਆ, ਨਾ ਭਾਈ ਗੁਰਮੁਖੋ, 1 ਟਕਾ ਨਹੀਂ ਦੇਣਾ ਇਹਨਾਂ ਤੁਰਕਾਂ ਨੂੰ। ਬਚਨ ਤੋਂ ਇਹ ਖਿਸਕੇ ਹਨ, ਅਸੀਂ ਨਹੀਂ। ਅੰਮ੍ਰਿਤਸਰ ਸਾਹਿਬ ਤੇ ਫੌਜਾਂ ਚਾੜ ਕੇ ਇਕਰਾਰ ਇਹਨਾਂ ਨੇ ਤੋੜਿਆ ਹੈ, ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਕੁਝ ਹੋਰ ਸੰਗਤਾਂ ਟਕਿਆਂ ਦੀਆਂ ਥੈਲੀਆਂ ਹੱਥਾਂ ਵਿੱਚ ਫੜੀ ਹਾਜ਼ਰ ਹੋ ਗਈਆਂ। ਉਹਨਾਂ ਪਹਿਲਾਂ ਭਾਈ ਮਨੀ ਸਿੰਘ ਨੂੰ ਬੇਨਤੀ ਕੀਤੀ, ਭਾਈ ਸਾਹਿਬ ਜੀ, ਕਿੱਡਾ ਵੱਡਾ ਕਲੰਕ ਲੱਗੇਗਾ ਸਾਡੇ ਲਾਹੌਰੀ ਸਿੱਖਾਂ ਤੇ ਕਿ 4 ਛਿੱਲਣਾ ਪਿੱਛੇ ਭਾਈ ਮਨੀ ਸਿੰਘ ਜਿਹੇ ਬ੍ਰਹਮ ਗਿਆਨੀ ਨੂੰ ਨਹੀਂ ਛਡਵਾ ਸਕੇ। ਕਿਰਪਾ ਕਰਕੇ ਸਾਨੂੰ ਇਸ ਦਾਗ ਤੋਂ ਬਚਾਓ ਤੇ ਪੈਸੇ ਚੁਕਾ ਲੈਣ ਦਿਓ। ਪਿਆਰੇ ਗੁਰਮੁਖ ਭਾਈਓ, ਮੇਰੇ ਮੱਥੇ ਕਿੱਡਾ ਦਾਗ ਲੱਗੇਗਾ ਕਿ ਪੰਥ ਦੇ ਬਚਨ ਨਹੀਂ ਪਾਲ ਸਕਿਆ। ਜਦ ਨਿਭਣ ਦਾ ਸਮਾਂ ਆਇਆ ਤਾਂ ਖਿਸਕ ਗਿਆ।
ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਇਹ ਵੇਲਾ ਜੋ ਪੰਥ ਦੇ ਬਚਨਾਂ ਨੂੰ ਦੇਹ ਉੱਤੇ ਹੰਢਾ ਜਾਣਦਾ ਹੈ, ਮੈਨੂੰ ਸਤਿਗੁਰਾਂ ਨੇ ਬਖਸ਼ਿਆ ਹੈ। ਇਸ ਦਾ ਲਾਹਾ ਮੈਨੂੰ ਖੱਟ ਲੈਣ ਦਿਓ। ਤੁਸੀਂ ਸਾਰੇ ਮਾਈ ਭਾਈ ਮਿਲ ਕੇ ਮੇਰੇ ਸਿਦਕ ਦੀ ਅਡੋਲਤਾ ਲਈ ਅਰਦਾਸ ਕਰੋ। ਭਾਈ ਮਨੀ ਸਿੰਘ ਜੀ ਦੇ ਇਹ ਬੋਲ ਜਦ ਖਾਨੂ ਨੇ ਸੁਣੇ ਤਾਂ ਝੱਟ ਕਾਜ਼ੀ ਨੂੰ ਬੁਲਾਇਆ ਤੇ ਬੋਲਿਆ, ਕਾਜ਼ੀ ਸਾਹਿਬ, ਤੁਸੀਂ ਹੀ ਦੱਸੋ ਕਿ ਕੈਸੀ ਸਜ਼ਾ ਦੇਣੀ ਚਾਹੀਦੀ ਹੈ ਇਸ ਇਕਰਾਰ ਤੋਂ ਮੁਕਰਨ ਵਾਲੇ ਨੂੰ। ਕਿਉਂ ਨਾ ਇਸ ਦੇ ਬੰਦ ਕੱਟ ਦਿੱਤੇ ਜਾਣ। ਆਪਣੇ ਫਤਵਿਆਂ ਦੇ ਥੈਲੇ ਵਿੱਚੋਂ ਇੱਕ ਫਰਮਾਨ ਕੱਢਦਾ ਹੋਇਆ ਕਾਜ਼ੀ ਜਿਉਂ ਹੀ ਬੋਲਿਆ ਤਾਂ ਇੱਕ ਮੁਸਕਰਾਹਟ ਭਾਈ ਮਨੀ ਸਿੰਘ ਜੀ ਦੇ ਚਿਹਰੇ ਤੇ ਰਵਾ ਹੋ ਗਈ। ਧੰਨ ਭਾਈ ਮਨੀ ਸਿੰਘ ਜੀ ਦੀ ਦ੍ਰਿੜਤਾ। ਲਾਹੌਰੀ ਸਿੱਖਾਂ ਵਿੱਚੋਂ ਕੋਈ ਬੋਲਿਆ। ਨਹੀਂ ਭਾਈ। ਭਾਈ ਮਨੀ ਸਿੰਘ ਇਹ ਸੁਣਦਿਆਂ ਬੋਲੇ, ਧੰਨ ਤਾਂ ਖਾਲਸੇ ਪੰਥ ਦੇ ਮੂੰਹੋਂ ਨਿਕਲੇ ਬਚਨ ਹਨ। ਸਿੰਘਾਂ ਦੀ ਕਤਲਗਾਹ ਕਰਕੇ ਜਾਣੇ ਜਾਂਦੇ ਨਖਾਸ ਚੌਂਕ ਵਿੱਚ ਸਿੱਖ ਸੰਗਤਾਂ ਦੇ ਨਾਲ ਤਮਾਸ਼ਬੀਨਾਂ ਦਾ ਵੀ ਇਕੱਠ ਹੋ ਗਿਆ ਹੈ। ਜਲਾਦ ਟੋਕੇ ਦੀ ਧਾਰ ਤਿੱਖੀ ਕਰ ਰਿਹਾ ਹੈ। ਭਾਈ ਮਨੀ ਸਿੰਘ ਅਲੌਕਿਕ ਅਡੋਲਤਾ ਨਾਲ ਬੈਠੇ। ਜਲਾਦ ਨੇ ਭਾਈ ਮਨੀ ਸਿੰਘ ਜੀ ਦਾ ਹੱਥ ਫੜਿਆ ਤੇ ਲੱਕੜ ਦੇ ਇੱਕ ਗੁੱਤਕੇ ਜਿਹੇ ਉੱਤੇ ਰੱਖਿਆ। ਜਿਉਂ ਹੀ ਗੁੱਟ ਉੱਤੇ ਵਾਰ ਕਰਨ ਲਈ ਜਲਾਦ ਟੋਕਾ ਉਤਾਂਹ ਨੂੰ ਲੈ ਕੇ ਗਿਆ ਤਾਂ ਭਾਈ ਮਨੀ ਸਿੰਘ ਬੋਲੇ, ਕਾਲ ਵਿੱਚ ਹੈ ਭਾਈ। ਜਲਾਦ ਨੂੰ ਕੋਈ ਜਵਾਬ ਨਹੀਂ ਔੜਿਆ, ਪਰ ਭਾਈ ਮਨੀ ਸਿੰਘ ਉਸ ਦੇ ਮੱਥੇ ਦੀਆਂ ਤਿਉੜੀਆਂ ਵਿੱਚੋਂ ਕਿਉਂ ਪੜ੍ਹਦਿਆਂ ਬੋਲੇ, ਨੌਕਰ ਦਾ ਧਰਮ ਹੈ ਕਿ ਨੌਕਰੀ ਇਮਾਨਦਾਰੀ ਨਾਲ ਕਰੇ। ਤੂੰ ਨਵਾਬ ਦਾ ਸੇਵਾਦਾਰ ਹੈ ਤੇ ਮੈਂ ਪੰਥ ਦਾ ਚਾਕਰ ਹਾਂ। ਤੂੰ ਆਪਣੇ ਮਾਲਕ ਦਾ ਹੁਕਮ ਬਜਾ ਤੇ ਮੈਂ ਆਪਣੇ ਮਾਲਕ ਦਾ ਬਚਨ ਪਾਲਦਾ ਹਾਂ। ਕਹਿਣਾ ਕੀ ਚਾਹੁੰਦੇ ਹੋ? ਜਲਾਦ ਨੂੰ ਕਦ ਕੋਈ ਸੇਵਾਦਾਰ ਕਹਿੰਦਾ ਹੈ। ਸੋ ਜਲਾਦ ਕੁਝ ਹੈਰਾਨੀ ਨਾਲ ਭਰ ਗਿਆ। ਤੈਨੂੰ ਪਤਾ ਬੰਦ ਕਿਹੜੇ ਤੇ ਕਿੰਨੇ ਹੁੰਦੇ ਹਨ? ਹਾਂ, 4, 2 ਬਾਹਾਂ ਤੇ 2 ਲੱਤਾਂ ਦੇ। ਨਹੀਂ ਭਾਈ, ਜੇ ਮੈਂ ਹੁਣ ਤੈਨੂੰ ਦੱਸਣ ਲੱਗ ਪਿਆ ਤਾਂ ਸਮਾਂ ਲੱਗ ਜਾਊ। ਸੋ ਤੂੰ ਇਉਂ ਕਰ ਕਿ ਜਿੱਥੋਂ ਮੈਂ ਦੱਸਦਾ ਹਾਂ ਉੱਥੇ ਟੋਕਾ ਚਲਾਈ ਜਾਈਂ। ਭਾਈ ਮਨੀ ਸਿੰਘ ਖੱਬੇ ਹੱਥ ਦੀ ਉਂਗਲ ਨਾਲ ਸੱਜੇ ਹੱਥ ਦੀ ਪਹਿਲੀ ਉਂਗਲ ਦੇ ਪਹਿਲੇ ਪੋਟੇ ਵੱਲ ਇਸ਼ਾਰਾ ਕੀਤਾ। ਜਲਾਦ ਨੇ ਟੋਕਾ ਚਲਾਇਆ। ਉਂਗਲ ਦਾ ਬੰਦ ਕੱਟਿਆ ਗਿਆ। ਖਲੋਤੀ ਸੰਗਤ ਦੇ ਮੂੰਹੋਂ ਵਾਹਿਗੁਰੂ ਨਿਕਲਿਆ। ਫੇਰ ਭਾਈ ਸਾਹਿਬ ਨੇ ਪਹਿਲੀ ਉਂਗਲ ਦਾ ਦੂਜਾ ਤੇ ਫੇਰ ਤੀਜਾ ਪੋਟਾ ਕਟਵਾਇਆ। ਜ਼ਕਰੀਆ ਖਾਨ ਤੇ ਲਖਪਤ ਰਾਏ ਸਣੇ ਸਾਰੇ ਦਰਬਾਰੀਆਂ ਦੇ ਮੱਥੇ ਹੈਰਾਨੀ ਤੇ ਚਿੰਤਾ ਨਾਲ ਭਰੇ ਹੋਏ ਸਨ। ਹੈਰਾਨੀ ਤਾਂ ਭਾਈ ਮਨੀ ਸਿੰਘ ਦੀ ਦ੍ਰਿੜਤਾ ਤੇ ਸਿਦਕ ਨੂੰ ਦੇਖ ਕੇ ਹੋ ਰਹੀ ਸੀ ਤੇ ਚਿੰਤਾ ਇਸ ਗੱਲ ਦੀ ਹੋ ਰਹੀ ਸੀ ਕਿ ਜਿਹੜੇ ਮੌਤ ਨੂੰ ਇਸ ਤਰ੍ਹਾਂ ਮਖੌਲ ਕਰਦੇ ਹੋਣ ਉਹਨਾਂ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ। ਇੱਧਰ ਭਾਈ ਸਾਹਿਬ ਨੇ ਹਰ ਉਂਗਲ ਦੇ 3, ਅੰਗੂਠੇ ਦੇ 2 ਤੇ ਇੱਕ ਟੋਕਾ ਗੁੱਟ ਤੇ ਚਲਵਾ ਕੇ ਸੱਜਾ ਹੱਥ ਕੁੱਲ 15 ਥਾਵਾਂ ਤੋਂ ਕਟਵਾਇਆ। ਇਸ ਨੂੰ ਕਹਿੰਦੇ ਹਨ ਭਾਈ ਬੰਦ ਕੱਟਣਾ। ਨਾ ਜਲਾਦ, ਨਾ ਜ਼ਕਰੀਆ, ਨਾ ਲੱਖੂ ਤੇ ਨਾ ਕੋਈ ਹੋਰ ਦਰਬਾਰੀ ਭਾਈ ਸਾਹਿਬ ਦੇ ਇਹ ਕਹਿਣ ਤੇ ਕੋਈ ਵੀ ਨਹੀਂ ਬੋਲਿਆ। ਉਹਨਾਂ ਦੇ ਇਹਨਾਂ ਬੋਲਾਂ ਤੇ ਸਭ ਪਾਸੇ ਸੁੰਨ ਪਸਰ ਗਈ। ਇਹ ਚੁੱਪੀ ਸਿੱਖ ਸੰਗਤਾਂ ਦੇ ਵਾਹਿਗੁਰੂ ਕਹਿਣ ਤੇ ਟੁੱਟੀ। ਜਲਾਦ ਨੇ ਟੋਕਾ ਮੋਢੇ ਉੱਤੇ ਮਾਰਨ ਲਈ ਚੁੱਕਿਆ ਤਾਂ ਭਾਈ ਸਾਹਿਬ ਨੇ ਕੂਹਣੀ ਅੱਗੇ ਕਰ ਦਿੱਤੀ। ਇਸ ਤਰ੍ਹਾਂ ਸੱਜੀ ਬਾਂਹ 17 ਥਾਵਾਂ ਤੋਂ ਕੱਟੀ ਗਈ। ਜਦ ਜਲਾਦ ਨੇ ਮੋਢੇ ਤੇ ਵਾਰ ਕੀਤਾ ਤਾਂ ਭਾਈ ਮਨੀ ਸਿੰਘ ਜੀ ਦੇ ਮੂੰਹੋਂ ਇਹ ਬੋਲ ਨਿਕਲੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੈਂ ਮਿਟਾਵੋ। ਇਹ ਕੀ ਬੋਲ ਰਿਹਾ ਹੈ? ਜ਼ਕਰੀਆ ਖਾਨ ਲੱਖੂ ਵੱਲ ਦੇਖਦਾ ਹੋਇਆ ਬੋਲਿਆ। ਪਰ ਲੱਖੂ ਨੂੰ ਇਸ ਬਾਰੇ ਕੀ ਪਤਾ ਹੋਣਾ ਸੀ। ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਨ ਭਾਈ ਸਾਹਿਬ। ਅੱਖਾਂ ਭਰਦਿਆਂ ਭਾਈ ਸੁਵੇਗ ਸਿੰਘ ਬੋਲੇ। ਸੱਜੀ ਬਾਂਹ ਕੱਟ ਕੇ ਜਲਾਦ ਖੱਬੀ ਵੱਲ ਹੋਇਆ। ਉਸਨੇ ਖੱਬੇ ਹੱਥ ਦੀ ਪਹਿਲੀ ਉਂਗਲ ਦੇ ਪਹਿਲੇ ਪੋਟੇ ਤੇ ਵਾਰ ਕੀਤਾ ਤਾਂ ਭਾਈ ਮਨੀ ਸਿੰਘ ਮੁਸਕਰਾਏ। ਉਹ ਜਾਣ ਗਏ ਸਨ ਕਿ ਜਲਾਦ ਨੂੰ ਹੁਣ ਬੰਦ ਯਾਦ ਹੋ ਗਏ ਹਨ। 14 ਥਾਵਾਂ ਤੋਂ ਉਂਗਲਾਂ, ਫੇਰ ਗੁੱਟ, ਕੂਹਣੀ, ਮੋਢਾ, ਖੱਬੀ ਬਾਂਹ ਵੀ 17 ਥਾਵਾਂ ਤੋਂ ਕੱਟੀ ਗਈ। ਫੇਰ ਸੱਜੇ ਪੈਰਾਂ ਦੀਆਂ ਉਂਗਲਾਂ ਦੇ ਪੋਟੇ, ਗਿੱਟਾ, ਗੋਡਾ ਤੇ ਫੇਰ ਖੱਬਾ। ਜਦ ਇਹ ਵਰਤਾਰਾ ਵਾਪਰ ਰਿਹਾ ਸੀ ਤਾਂ ਭੀੜ ਦੇ ਮਗਰੋਂ ਇੱਕ ਸੂਫੀ ਸੰਤ ਲੰਘ ਰਿਹਾ ਸੀ। ਕੀ ਹੋ ਰਿਹਾ ਹੈ ਇੱਥੇ? ਉਸਨੇ ਭੀੜ ਵਿੱਚ ਪਿਛਾਂਹ ਖਲੋਤੇ ਇੱਕ ਮੁਸਲਮਾਨ ਲਾਹੌਰੀ ਨੂੰ ਪੁੱਛਿਆ। ਇੱਕ ਸੰਤ ਕਤਲ ਕੀਤਾ ਜਾ ਰਿਹਾ ਹੈ। ਕਿਵੇਂ? ਸਰੀਰ ਟੋਟੇ ਕਰਕੇ। ਪਰ ਕਤਲ ਹੋਣ ਵਾਲਾ ਇੰਨੀ ਹੌਲੀ ਸੁਰ ਵਿੱਚ ਚੀਕਾਂ ਕਿਉਂ ਮਾਰ ਰਿਹਾ ਹੈ? ਤੈਨੂੰ ਸੁਣ ਰਹੀਆਂ ਚੀਕਾਂ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ। ਇਹ ਤਾਂ ਭੀੜ ਵਿੱਚੋਂ ਆ ਰਹੀਆਂ ਹਨ। ਭੀੜ ਮਾਰ ਰਹੀ ਹੈ ਇਹ ਚੀਕਾਂ। ਤੇ ਹੋ ਸਕਦਾ ਜਲਾਦ ਨੇ ਵੀ ਮਾਰੀ ਹੋਵੇ ਇੱਕ ਅੱਧੀ ਚੀਕ, ਪਰ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ। ਕਮਾਲ ਕਰਦਾ ਹੈ ਤੂੰ। ਬੰਦੇ ਦੇ ਅੰਗ ਕੱਟੇ ਜਾ ਰਹੇ ਹਨ ਤੇ ਉਹ ਚੀਕ ਨਹੀਂ ਰਿਹਾ। ਸ਼ਾਇਦ ਤੂੰ ਸੁਣਿਆ ਨਹੀਂ, ਇੱਕ ਸਿੱਖ ਸੰਤ ਨੂੰ ਮਾਰਿਆ ਜਾ ਰਿਹਾ ਹੈ ਤੇ ਚੀਕਾਂ ਦੀ ਥਾਵੇਂ ਉਹ ਮੁਸਕਰਾ ਰਿਹਾ ਹੈ। ਯਾ ਖੁਦਾ, ਮਨਸੂਰ ਸਿੱਖਾਂ ਵਿੱਚ ਵੀ ਪੈਦਾ ਹੋ ਗਿਆ ਹੈ। ਕਿਹੜੀ ਦੁਨੀਆ ਵਿੱਚ ਰਹਿਣਾ ਹੈ ਬਾਬਾ? ਇਹ ਤਾਂ ਪੰਥ ਹੀ ਮਨਸੂਰਾਂ ਦਾ ਹੈ। ਲਾਹੌਰੀ ਦਾ ਜਵਾਬ ਸੁਣ ਕੇ ਸੂਫੀ ਦਾ ਚਿੱਤ ਕੀਤਾ ਕਿ ਉਹ ਐਸੀ ਮਹਾਨ ਰੂਹ ਦੀ ਝਲਕ ਹੀ ਪਾ ਲਵੇ। ਉਹ ਅੱਗੇ ਵਧਿਆ, ਭੀੜ ਨੂੰ ਚੀਰਦਾ ਹੋਇਆ ਮੂਹਰਲੀ ਕਤਾਰ ਵਿੱਚ ਆ ਗਿਆ। ਸੂਫੀ ਹੁਣ ਸਿਰਫ ਹੈਰਾਨ ਹੀ ਨਹੀਂ ਸੀ, ਉਹ ਘਬਰਾ ਵੀ ਰਿਹਾ ਸੀ।
ਉਹ ਸੋਚ ਰਿਹਾ ਸੀ, ਸੱਚਮੁੱਚ ਮਨਸੂਰ ਕੀ ਰੀਸ ਕਰੇਗਾ ਇਸ ਸੰਤ ਦੀ। ਉਸ ਦੇ ਤਾਂ ਸਿਰਫ ਹੱਥ ਹੀ ਕੱਟੇ ਗਏ ਸਨ। ਧੰਨ ਤਾਂ ਹੈ ਇਹ ਸਿੱਖ ਸੰਤ ਦੀ ਦ੍ਰਿੜਤਾ, ਜਿਸ ਨੇ ਮੁਸਕਰਾਉਂਦਿਆਂ ਹੋਇਆ ਸਾਰਾ ਸਰੀਰ ਹੀ ਕਟਵਾ ਲਿਆ ਹੈ। ਮਨਸੂਰ ਤਾਂ ਆਪਣੇ ਮਿੱਤਰਾਂ ਨੂੰ ਵੀ ਤਾਨੇ ਮਾਰਨੋਂ ਨਹੀਂ ਟਲਿਆ ਸੀ, ਪਰ ਕਮਾਲ ਦਾ ਨੂਰ ਹੈ ਇਸ ਸੰਤ ਦੇ ਚਿਹਰੇ ਉੱਤੇ। ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਗਿਲਾ ਨਹੀਂ। ਮਨਸੂਰ ਨੇ ਬਾਹਾਂ ਵਿੱਚੋਂ ਨਿਕਲਦਾ ਖੂਨ ਮੂੰਹ ਤੇ ਮਲ ਲਿਆ ਸੀ, ਤਾਂ ਕਿ ਪੀਲਾ ਪੈ ਰਿਹਾ ਚਿਹਰਾ ਦੇਖ ਕੇ ਲੋਕ ਇਹ ਨਾ ਕਹਿਣ ਕਿ ਮਨਸੂਰ ਡੋਲ ਗਿਆ। ਪਰ ਇਸ ਸਿੱਖ ਸੰਤ ਦੇ ਚਿਹਰੇ ਤੇ ਤਾਂ ਗਜਬ ਲਾਲੀ ਛਾਈ ਹੋਈ ਹੈ। ਇਹਦਾ ਵਹਿ ਰਿਹਾ ਲਹੂ ਨਾੜਾਂ ਵਿੱਚੋਂ ਵਹਿਣ ਵਾਲੇ ਕਿਸੇ ਤਰਲ ਪਦਾਰਥ ਜਿਹਾ ਆਮ ਲਹੂ ਨਹੀਂ। ਇਹ ਤਾਂ ਆਬੇ ਹਯਾਤ ਹੈ। ਇਹ ਲਹੂ ਤਾਂ ਸਦੀਆਂ ਤੀਕ ਇਸ ਸੰਤ ਦੀ ਕੌਮ ਨੂੰ ਸੁਰਖ ਰੱਖੇਗਾ ਤੇ ਕਿਆਮਤ ਤੀਕ ਇਹ ਕੌਮ ਸੂਹੀ ਭਾ ਮਾਰਦੀ ਰਹੇਗੀ। ਇਸ ਪ੍ਰਸ਼ੰਸਾ ਭਰੀ ਹੈਰਾਨਗੀ ਦੇ ਨਾਲ ਇਸ ਸੂਫੀ ਅੰਦਰ ਇੱਕ ਘਬਰਾਹਟ ਵੀ ਉਬਾੜੀਆਂ ਲੈ ਰਹੀ ਸੀ। ਉਸ ਨੂੰ ਤਬਰੇਜ਼ ਦੀ ਯਾਦ ਆ ਰਹੀ ਸੀ। ਸ਼ਮਸ਼ ਤਬਰੇਜ਼, ਜਿਸ ਦੀ ਖੱਲ ਲਾ ਕੇ ਉਸ ਨੂੰ ਧੁੱਪੇ ਬਿਠਾ ਦਿੱਤਾ ਸੀ। ਇੱਕ ਸਮਾਂ ਆਇਆ ਜਦ ਉਸ ਨੂੰ ਭੁੱਖ ਸਤਾਉਣ ਲੱਗੀ। ਕੋਲ ਇੱਕ ਮਰੀ ਹੋਈ ਬਿੱਲੀ ਪਈ ਸੀ, ਜੋ ਉਸ ਨੇ ਚੱਕ ਲਈ ਤੇ ਸੂਰਜ ਵੱਲ ਵੇਖਦਾ ਬੋਲਿਆ, ਸਾਰੇ ਜਹਾਨ ਦੇ ਨਾਲ ਨਾਲ ਕਿ ਤੂੰ ਵੀ ਮੇਰਾ ਦੁਸ਼ਮਣ ਬਣ ਗਿਆ ਹੈ, ਕਿ ਤੂੰ ਕੁਝ ਨੇੜੇ ਨਹੀਂ ਆ ਸਕਦਾ ਤਾਂ ਕਿ ਮੈਂ ਇਹ ਬਿੱਲੀ ਭੁੰਨ ਸਕਾਂ। ਤਬਰੇਜ਼ ਦੀ ਇਹ ਬਿੱਲੀ ਤਾਂ ਹੋ ਸਕਦਾ ਭੁੱਜ ਗਈ ਹੋਵੇ, ਪਰ ਲੁਕਾਈ ਸੇਕ ਨਾਲ ਤਰਾ ਤਰਾ ਕਰ ਉੱਠੀ ਸੀ। ਤੇ ਜੇ ਇਸ ਸਿੱਖ ਸੰਤ ਨੇ ਮੂੰਹੋਂ ਕੁਝ ਐਸਾ ਬੋਲ ਦਿੱਤਾ ਤਾਂ ਉਹ ਝੱਟ 7 ਵਲਾਇਤਾਂ ਤੋਂ ਪਾਰ ਚਲਾ ਜਾਏਗਾ। ਜੇ ਇਸ ਨੇ ਕੁਝ ਕਿਹਾ ਵੀ ਨਾ, ਪਰ ਆਪਣੇ ਅੰਦਰ ਹੀ ਸੋਚ ਲਿਆ ਕਿ ਇਸਲਾਮ ਭਲਾ ਪੰਥ ਨਹੀਂ ਹੈ, ਤਾਂ ਕੁੱਲ ਧਰਤੀ ਦੇ ਮੋਮਨ ਤਾਂ ਗਰਕ ਹੀ ਹੋ ਜਾਣਗੇ। ਕਹਿੰਦੇ ਨੇ ਕਿ ਇੱਕ ਮਸਤਾਨੇ ਨੂੰ ਪਿੰਡ ਵਾਲਿਆਂ ਨੇ ਮਸ਼ਕਰੀ ਕਰ ਦਿੱਤੀ ਸੀ ਤੇ ਉਸ ਨੇ ਇੱਕ ਬੋਲ ਨਾਲ 18 ਨਗਰ ਤਬਾਹ ਕਰ ਦਿੱਤੇ ਸਨ, ਤੇ ਇਸ ਸੰਤ ਦੇ ਤਾਂ ਇਹਨਾਂ ਨੇ ਬੰਦ ਕੱਟ ਦਿੱਤੇ ਹਨ। ਨਹੀਂ, ਇਸ ਤੋਂ ਪਹਿਲਾਂ ਕਿ ਇਹ ਕੋਈ ਕੌੜਾ ਬੋਲ ਕਹੇ, ਮੈਨੂੰ ਕੁਝ ਕਰਨਾ ਪਏਗਾ। ਇਹ ਕੁਝ ਸੋਚਦਿਆਂ ਸੂਫੀ ਨੇ ਭਾਈ ਮਨੀ ਸਿੰਘ ਕੋਲ ਜਾ ਕੇ ਤਲਵਾਰ ਦਾ ਇੱਕ ਵਾਰ ਕੀਤਾ ਤੇ ਉਹਨਾਂ ਦਾ ਸੀਸ ਧੜ ਤੋਂ ਵੱਖ ਹੋ ਗਿਆ। ਭਾਈ ਮਨੀ ਸਿੰਘ ਨੇ ਪੰਥ ਦੇ ਕਹੇ ਬੋਲਾਂ ਦੀ ਲੱਜ ਪਾਲ ਦਿਖਾਈ, ਪੰਥ ਦੀ ਅਰਦਾਸ ਵੀ ਥਾਂਹ ਪਾਈ ਤੇ ਭਾਈ ਮਨੀ ਸਿੰਘ ਚੜ੍ਹਦੀ ਕਲਾ ਵਿੱਚ ਬੰਦ ਕਟਵਾ ਕੇ ਸਿੱਖੀ ਸਵਾਸਾਂ ਸੰਗ ਨਿਭਾ ਗਏ। ਜ਼ਕਰੀਏ ਖਾਨ, ਲੱਖੂ ਖੱਤਰੀ ਸਣੇ ਹੋਰ ਦਰਬਾਰੀ ਜੋ ਸਿੱਖ ਨੂੰ ਸਿਦਕੋਂ ਡੋਲਦਾ ਦੇਖਣ ਲਈ ਆਸਣ ਮੱਲੀ ਬੈਠੇ ਸਨ, ਸਭ ਨੂੰ ਮੂੰਹ ਦੀ ਖਾਣੀ ਪਈ। ਸ਼ਹੀਦ ਸਿੰਘ ਪਾਲਕੀ ਵਿੱਚ ਬਿਠਾ ਕੇ ਭਾਈ ਮਨੀ ਸਿੰਘ ਜੀ ਨੂੰ ਸਤਿਕਾਰ ਨਾਲ ਦਰਗਾਹ ਲੈ ਕੇ ਗਏ। ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸਾਹਿਬਜ਼ਾਦਿਆਂ ਦੇ ਦਿਓੜੀਦਾਰ ਦੀ ਸੇਵਾ ਬਖਸ਼ਿਸ਼ ਕੀਤੀ। ਭਾਈ ਸਵੇਗ ਸਿੰਘ ਤੇ ਹੋਰ ਲਾਹੌਰੀ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਕੀਤੇ ਗਏ ਬਾਕੀ ਸਿੱਖਾਂ ਦਾ ਸਿੱਖ ਰਹੁ ਰੀਤਾਂ ਨਾਲ ਸੰਸਕਾਰ ਕੀਤਾ। ਇਹਨਾਂ ਸ਼ਹੀਦ ਹੋਏ ਸਿੱਖ ਪਿਆਰਿਆਂ ਵਿੱਚ ਭਾਈ ਮਨੀ ਸਿੰਘ ਦੇ ਭਰਾ ਭਾਈ ਜਗਤ ਸਿੰਘ ਦੇ 2 ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਵੀ ਸ਼ਾਮਲ ਸਨ। ਇਹਨਾਂ ਗੁਰਸਿੱਖਾਂ ਨੇ ਵੀ ਸ਼ਹਾਦਤਾਂ ਦੇ ਕੇ ਨਖਾਸ ਚੌਂਕ ਵਿੱਚ ਸਿੱਖੀ ਸਿਦਕ ਦਾ ਸਿਖਰ ਪੇਸ਼ ਕੀਤਾ। ਇਹਨਾਂ ਵਿੱਚੋਂ ਕੁਝ ਸਿੱਖਾਂ ਦੀ ਪੁੱਠੀ ਖੱਲ ਲਾਈ ਗਈ ਤੇ ਹੋਰ ਅਣਮਨੁੱਖੀ ਕਹਿਰ ਵੀ ਢਾਏ ਗਏ। ਭਾਈ ਸਾਹਿਬ ਦੇ ਪਰਿਵਾਰ ਦੇ ਜੀਆਂ ਦੀਆਂ ਸ਼ਹਾਦਤਾਂ ਤੋਂ ਪਹਿਲਾਂ ਅੱਖਾਂ ਵੀ ਕੱਢੀਆਂ ਗਈਆਂ। ਇਸ ਤਰ੍ਹਾਂ ਭਾਈ ਪੱਲੂ ਜੀ ਤੇ ਭਾਈ ਨਾਨੂ ਜੀ ਦੀਆਂ ਸ਼ਹਾਦਤਾਂ ਤੋਂ ਤੁਰਿਆ ਇਸ ਪਰਿਵਾਰ ਦਾ ਸ਼ਹੀਦੀ ਸਫ਼ਰ ਭਾਈ ਮਨੀ ਸਿੰਘ ਤੋਂ ਮਗਰੋਂ ਵੀ ਉਹਨਾਂ ਦੇ ਪੋਤਰਿਆਂ ਦੀਆਂ ਸ਼ਹਾਦਤਾਂ ਦੇ ਰੂਪ ਵਿੱਚ ਚੱਲਦਾ ਰਿਹਾ।